Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 168ਵੇਂ ਅੰਗ ਦੀ ਬਾਣੀ ਦੀ ਵਿਆਖਿਆ ਲੈ ਕੇ ਹਾਜ਼ਰ ਹਾਂ ਜੀ। ਗੌੜੀ ਵੈਰਾਗਣ ਮਹਿਲਾ ਚੌਥਾ। ਜੋ ਜਨਨੀ ਸੁਤ ਜਨ ਪਾਲਤੀ, ਰਾਖੈ ਨਦਰ ਮਜਾਰ, ਅੰਤਰ ਬਾਹਰ ਮੁਖ ਦੇ ਗਿਰਾਸ, ਖਿਨ ਖਿਨ ਪੋਚਾਰ। ਇੱਥੇ ਮਾਤਾ ਦੀ ਗੱਲ ਹੋ ਰਹੀ ਹੈ, ਮਾਂ ਦੀ ਗੱਲ ਹੋ ਰਹੀ ਹੈ ਕਿ ਜਿਸ ਪ੍ਰਕਾਰ ਮਾਂ ਆਪਣੇ ਪੁੱਤਰ ਨੂੰ ਪਾਲਦੀ ਹੈ, ਸੁਤ ਤੋਂ ਭਾਵ ਪੁੱਤਰ, ਰਾਖੈ ਨਦਰ ਮਜਾਰ ਹਮੇਸ਼ਾ ਆਪਣੀ ਨਿਗਾਹ ਦੇ ਹੇਠਾਂ ਰੱਖਦੀ ਹੈ, ਆਪਣੀ ਨਜ਼ਰ ਦੇ ਵਿੱਚ ਰੱਖਦੀ ਹੈ। ਅੰਤਰ ਬਾਹਰ ਮੁਖ ਦੇ ਗਿਰਾਸ, ਭਾਵੇਂ ਉਹ ਅੰਦਰ ਹੋਵੇ, ਘਰ ਦੇ ਅੰਦਰ ਕੰਮਕਾਰ ਕਰ ਰਹੀ ਹੋਵੇ ਜਾਂ ਘਰ ਤੋਂ ਬਾਹਰ ਕੰਮਕਾਰ ਕਰ ਰਹੀ ਹੋਵੇ, ਉਹਦੀ ਸੁਰਤ ਹਮੇਸ਼ਾ ਆਪਣੇ ਪੁੱਤਰ ਦੇ ਵਿੱਚ ਰਹਿੰਦੀ ਹੈ। ਉਹ ਇਹ ਯਕੀਨੀ ਬਣਾਉਂਦੀ ਹੈ ਕਿ ਉਸ ਨੂੰ ਸਮੇਂ ਸਿਰ ਉਹਦਾ ਭੋਜਨ ਮਿਲਦਾ ਰਹੇ। ਖਿਨ ਖਿਨ ਪੁਚਾਰ, ਤੇ ਹਰ ਪਲ ਉਸ ਨੂੰ ਪਿਆਰ ਦੇ ਨਾਲ ਪੁਕਾਰਦੀ ਹੈ। ਇਸੇ ਪ੍ਰਕਾਰ ਹੀ ਤਿਉ ਸਤਿਗੁਰ ਗੁਰਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਇਸੇ ਤਰ੍ਹਾਂ ਹੀ ਜੋ ਸੱਚਾ ਗੁਰੂ ਹੈ ਉਹ ਆਪਣੇ ਗੁਰਸਿੱਖ ਨੂੰ ਰੱਖਦਾ ਹੈ, ਪਿਆਰ ਕਰਦਾ ਹੈ, ਉਹਦੇ ਉੱਪਰ ਨਿਗਾਹ ਵੀ ਰੱਖਦਾ ਹੈ। ਉਹ ਨਿਗਾਹ ਮਿਹਰ ਦੀ ਹੁੰਦੀ ਹੈ। ਉਹਨੂੰ ਉਹ ਉਸ ਪਰਮਾਤਮਾ ਦੀ ਪ੍ਰੀਤ ਵੀ ਬਖਸ਼ਦਾ ਹੈ, ਪਰਮਾਤਮਾ ਦਾ ਪ੍ਰੇਮ ਵੀ ਬਖਸ਼ਦਾ ਹੈ। ਸੋ ਬੜੇ ਹੀ ਵਧੀਆ ਢੰਗ ਦੇ ਨਾਲ ਮਾਂ ਅਤੇ ਪੁੱਤ ਦੇ ਰਿਸ਼ਤੇ ਨੂੰ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੇ ਨਾਲ ਕੰਪੇਅਰ ਕੀਤਾ ਹੈ ਤੇ ਸਾਨੂੰ ਇਹ ਸਮਝਾਇਆ ਹੈ ਕਿ ਜਿਸ ਪ੍ਰਕਾਰ ਮਾਂ ਆਪਣੇ ਪੁੱਤਰ ਦਾ ਖਿਆਲ ਰੱਖਦੀ ਹੈ, ਉਸੇ ਪ੍ਰਕਾਰ ਹੀ ਗੁਰੂ ਆਪਣੇ ਸਿੱਖ ਦਾ ਖਿਆਲ ਰੱਖਦਾ ਹੈ। ਮੇਰੇ RAM ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਕਹਿੰਦੇ ਹੇ ਮੇਰੇ RAM, ਅਸੀਂ ਉਸ ਪਰਮਾਤਮਾ ਦੇ ਅਣਜਾਣ ਬੱਚੇ ਹਾਂ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਕਹਿੰਦੇ ਇਹ ਤਾਂ ਸ਼ਾਬਾਸ਼ੇ ਹੈ ਉਸ ਸਤਿਗੁਰੂ ਦੇ, ਉਹਦੇ ਤੋਂ ਅਸੀਂ ਧੰਨ ਧੰਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਨੇ ਉਪਦੇਸ਼ ਦੇ ਕੇ ਸਾਨੂੰ ਸਿਆਣੇ ਕੀਤਾ ਹੈ। ਰਹਾਓ। ਜੈਸੀ ਗਗਨ ਫਿਰੰਤੀ ਊੜਤੀ, ਕੱਪਰੇ ਬਾਗੇ ਵਾਲੀ, ਉਹ ਰਾਖੈ ਚੀਤ ਪੀਛੈ ਵਿੱਚ ਬਚਰੇ, ਨਿਤ ਹਿਰਦੈ ਸਾਰ ਸਮਾਲੀ। ਇੱਥੇ ਕੂੰਜ ਦੀ ਗੱਲ ਹੋ ਰਹੀ ਹੈ। ਕਹਿੰਦੇ ਜਿਸ ਪ੍ਰਕਾਰ ਚਿੱਟੇ ਖੰਭਾਂ ਵਾਲੀ ਜੋ ਕੂੰਜ ਹੈ, ਕੱਪਰੇ ਬਾਗੇ ਵਾਲੀ ਤੋਂ ਭਾਵ ਚਿੱਟੇ ਖੰਭਾਂ ਵਾਲੀ ਕੂੰਜ ਜੋ ਹੈ ਅਸਮਾਨ ਦੇ ਵਿੱਚ ਉੜਦੀ ਫਿਰਦੀ ਹੈ, ਪਰ ਫਿਰ ਵੀ ਉਹ ਰਾਖੈ ਚੀਤ ਪੀਛੈ ਵਿੱਚ ਬਚਰੇ। ਉਹਦਾ ਜੋ ਮਨ ਹੈ ਉਹ ਆਪਣੇ ਬੱਚਿਆਂ ਦੇ ਵਿੱਚ ਹੀ ਹੁੰਦਾ ਹੈ। ਉਹ ਆਪਣਾ ਚਿੱਤ ਪਿੱਛੇ ਆਪਣੇ ਬੱਚਿਆਂ ਦੇ ਵਿੱਚ ਹੀ ਰੱਖਦੀ ਹੈ, ਭਾਵ ਕਿ ਉਹਨੂੰ ਅਸਮਾਨ ਦੇ ਵਿੱਚ ਉੜਦੇ ਹੋਏ ਵੀ ਇਸ ਗੱਲ ਦਾ ਖਿਆਲ ਹੁੰਦਾ ਹੈ ਜਾਂ ਫਿਕਰ ਹੁੰਦਾ ਹੈ ਕਿ ਮੇਰੇ ਬੱਚੇ ਪਤਾ ਨਹੀਂ ਕਿਸ ਹਾਲਾਤ ਦੇ ਵਿੱਚ ਹੋਣਗੇ। ਨਿਤ ਹਿਰਦੈ ਸਾਰ ਸੰਭਾਲੀ, ਹਮੇਸ਼ਾ ਉਹ ਆਪਣੇ ਬੱਚਿਆਂ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖਦੀ ਹੈ। ਤਿਉ ਸਤਿਗੁਰ ਸਿੱਖ ਪ੍ਰੀਤ ਹਰ, ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ। ਜਿਸ ਤਰ੍ਹਾਂ ਕੂੰਜ ਅਤੇ ਉਸਦੇ ਬੱਚਿਆਂ ਦੀ ਪ੍ਰੀਤ ਹੈ, ਉਸੇ ਪ੍ਰਕਾਰ ਹੀ ਗੁਰੂ ਅਤੇ ਆਪਦੇ ਸਿੱਖਾਂ ਦੀ ਪ੍ਰੀਤ ਹੈ। ਗੁਰੂ ਆਪਣੇ ਸਿੱਖਾਂ ਨੂੰ ਹਰੀ ਦੀ ਪ੍ਰੀਤ ਦੇ ਕੇ, ਹਰੀ ਦਾ ਪ੍ਰਮਾਤਮਾ ਦਾ ਪ੍ਰੇਮ ਦੇ ਕੇ ਆਪਣੀ ਜਿੰਦ ਦੇ ਹਮੇਸ਼ਾ ਨਾਲ ਰੱਖਦਾ ਹੈ। ਜੈਸੇ ਕਾਤੀ 30 32 ਹੈ, ਵਿੱਚ ਰਾਖੈ ਰਸਨਾ ਮਾਸ ਰਤ ਕੇਰੀ। ਕਹਿੰਦੇ ਜਿਸ ਪ੍ਰਕਾਰ 30 32 ਦੰਦਾਂ ਦੀ ਕੈਂਚੀ ਹੈ, ਉਹਦੇ ਵਿੱਚ ਜਾਂ ਉਹਦੇ ਪਿੱਛੇ ਕਹਿ ਲਈਏ ਜੋ ਸਾਡੀ ਰਸਨਾ ਹੈ, ਜੋ ਜੀਭ ਹੈ, ਉਹ ਸੁਰੱਖਿਅਤ ਰਹਿੰਦੀ ਹੈ। ਰਸਨਾ ਮਾਸ ਰਤ ਕੇਰੀ ਤੋਂ ਭਾਵ ਮਾਸ ਅਤੇ ਲਹੂ ਦੀ ਬਣੀ ਹੋਈ ਜੀਭ 30 32 ਦੰਦਾਂ ਦੀ ਕੈਂਚੀ ਦੇ ਪਿਛਲੇ ਪਾਸੇ ਸੇਫ ਰਹਿੰਦੀ ਹੈ, ਸੁਰੱਖਿਅਤ ਰਹਿੰਦੀ ਹੈ। ਕੋਈ ਜਾਣੋ ਮਾਸ ਕਾਤੀ ਕੈ ਕਿਛ ਹਾਥ ਹੈ, ਸਭ ਵਸਗਤ ਹੈ ਹਰ ਕੇਰੀ। ਹੁਣ ਕਹਿੰਦੇ ਕੋਈ ਜਾਣਨ ਦੀ ਕੋਸ਼ਿਸ਼ ਕਰੇ ਕਿ ਜੀਭ ਆਪਣੇ ਆਪ ਨਾਲ ਸੁਰੱਖਿਅਤ ਰਹਿੰਦੀ ਹੈ ਜਾਂ ਦੰਦ ਉਹਨੂੰ ਸੁਰੱਖਿਅਤ ਰੱਖਦੇ ਹਨ। ਕੋਈ ਜਾਣੋ ਮਾਸ ਕਾਤੀ ਕੈ ਕਿਛ ਹਾਥ ਹੈ, ਕਿ ਮਾਸ ਦੀ ਬਣੀ ਹੋਈ ਜੀਭ ਜਾਂ
ਦੰਦਾਂ ਦੀ ਕੈਂਚੀ ਉਹਨਾਂ ਦੇ ਦੋਹਾਂ ਦੇ ਵਿੱਚੋਂ ਕਿਸ ਦੇ ਹੱਥ ਵਿੱਚ ਕੀ ਹੈ? ਤਾਂ ਸਿੱਟਾ ਇਹ ਨਿਕਲਦਾ ਹੈ ਕਿ ਉਹਨਾਂ ਦੋਨਾਂ ਚੋਂ ਹੀ ਕਿਸੇ ਦੇ ਹੱਥ ਵਿੱਚ ਵੀ ਕੁਝ ਨਹੀਂ ਹੈ। ਸਭ ਵਸਗਤ ਹੈ ਹਰ ਕੇਰੀ। ਇਹ ਸਭ ਤਾਂ ਪਰਮਾਤਮਾ ਦੇ ਹੱਥ ਵੱਸ ਹੈ। ਜਦ ਤੱਕ ਉਹ ਜੀਵ ਨੂੰ ਸੁਰੱਖਿਅਤ ਰੱਖਦਾ ਹੈ ਤਦ ਤੱਕ ਜੀਵ ਸੁਰੱਖਿਅਤ ਰਹਿੰਦੀ ਹੈ। ਸਾਡੇ ਨਾਲ ਬਹੁਤ ਵਾਰ ਹੁੰਦਾ ਹੈ ਕਿ ਸਾਡੀ ਜੀਭ ਦੇ ਉੱਤੇ ਸਾਡੇ ਤੋਂ ਖੁਦ ਤੋਂ ਹੀ ਦੰਦੀ ਵੱਢੀ ਜਾਂਦੀ ਹੈ। ਤਾਂ ਉਹ ਇੱਕ ਬਹੁਤ ਵਧੀਆ ਉਦਾਹਰਣ ਬਣਦੀ ਹੈ ਕਿ ਜੇਕਰ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਜੀਭ ਦੇ ਹੱਥ ਵਿੱਚ ਸੀ ਜਾਂ ਜੀਭ ਨੂੰ ਸੁਰੱਖਿਅਤ ਰੱਖਣਾ ਦੰਦਾਂ ਦੇ ਹੱਥ ਵਿੱਚ ਸੀ, ਤਾਂ ਇਹ ਜੋ ਘਟਨਾ ਵਾਪਰਦੀ ਹੈ ਆਪਣੀ ਹੀ ਜੀਭ ਦੇ ਉੱਤੇ ਦੰਦੀ ਵੱਢੇ ਜਾਣ ਵਾਲੀ, ਇਹ ਕਿਵੇਂ ਮੁਮਕਿਨ ਸੀ? ਕਿਉਂਕਿ ਉਹਨਾਂ ਦੋਨਾਂ ਦਾ ਮਕਸਦ ਤਾਂ ਜੀਭ ਨੂੰ ਸੁਰੱਖਿਅਤ ਰੱਖਣਾ ਸੀ ਤੇ ਦੋਨਾਂ ਚੋਂ ਕੋਈ ਵੀ ਰੱਖ ਨਹੀਂ ਪਾਇਆ। ਇਸ ਲਈ ਇਹ ਜੋ ਸਾਰਾ ਖੇਡ ਹੈ ਇਹ ਪਰਮਾਤਮਾ ਦੇ ਹੱਥ ਵੱਸ ਹੈ। ਜੀਭ ਅਤੇ ਦੰਦਾਂ ਦੀ ਇੱਥੇ ਇੱਕ ਉਦਾਹਰਣ ਹੈ। ਇਸ ਉਦਾਹਰਣ ਨੂੰ ਲੈ ਕੇ ਗੁਰੂ ਜੀ ਸਾਨੂੰ ਸਾਡੇ ਸਰੀਰ ਦੇ ਬਾਰੇ ਵਿੱਚ ਜਾਂ ਸਾਡੇ ਮਨ ਦੇ ਬਾਰੇ ਵਿੱਚ ਵੀ ਸਮਝਾਉਣਾ ਚਾਹ ਰਹੇ ਨੇ ਕਿ ਅਸੀਂ ਲੱਖ ਕੋਸ਼ਿਸ਼ ਕਰ ਲਈਏ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ, ਪਰ ਅਖੀਰ ਨੂੰ ਜੋ ਫੈਸਲਾ ਹੈ ਉਹ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਬਹੁਤ ਵਾਰ ਹੁੰਦਾ ਹੈ ਅਸੀਂ 100 ਪ੍ਰਕਾਰ ਦੇ ਪਰਹੇਜ਼ ਵੀ ਰੱਖਦੇ ਹਾਂ, ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਘਟਨਾਵਾਂ ਵਾਪਰ ਜਾਂਦੀਆਂ ਨੇ, ਫਿਰ ਵੀ ਅਸੀਂ ਬਿਮਾਰ ਹੋ ਜਾਂਦੇ ਹਾਂ। ਬਿਮਾਰੀ ਦੀ ਗੱਲ ਅਗਲੀ ਹੀ ਪੰਕਤੀ ਦੇ ਵਿੱਚ ਕੀਤੀ ਗਈ ਹੈ, ਕਿਉਂਕਿ ਇਹ ਸਾਰਾ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ। ਅਸੀਂ ਕੁਝ ਹੱਦ ਤੱਕ ਜੋ ਹੈ ਆਪਣਾ ਖਿਆਲ ਰੱਖ ਸਕਦੇ ਹਾਂ, ਪਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਸਾਡਾ ਕੋਈ ਵੀ ਇਖਤਿਆਰ ਨਹੀਂ ਹੈ, ਕੋਈ ਵੀ ਕੰਟਰੋਲ ਨਹੀਂ ਹੈ। ਤਿਉ ਸੰਤ ਜਨਾਂ ਕੀ ਨਰ ਨਿੰਦਾ ਕਰੇ, ਹਰ ਰਾਖੈ ਪੈਜ ਜਨ ਕੇਰੀ। ਕਹਿੰਦੇ ਜੋ ਲੋਕ ਨੇ ਉਹ ਤੇ ਸੰਤ ਜਨਾਂ ਦੀ ਹਮੇਸ਼ਾ ਹੀ ਨਿੰਦਾ ਕਰਦੇ ਆਏ ਨੇ। ਗੁਰੂ ਦੇ ਸਿੱਖਾਂ ਦੀ, ਗੁਰੂਆਂ ਦੀ ਹਮੇਸ਼ਾ ਹੀ ਨਿੰਦਾ ਕਰਦੇ ਆਏ ਨੇ, ਪਰ ਉਹਨਾਂ ਦੀ ਇੱਜ਼ਤ ਉਹ ਪ੍ਰਮਾਤਮਾ ਖੁਦ ਰੱਖਦਾ ਹੈ। ਭਾਈ ਮਤ ਕੋਈ ਜਾਣੋ, ਕਿਸੀ ਕੈ ਕਿਛ ਹਾਥ ਹੈ, ਸਭ ਕਰੇ ਕਰਾਇਆ। ਕਹਿੰਦੇ ਭਾਈ ਇਹ ਗੱਲ ਨਾ ਜਾਣਿਓ ਕਿ ਕਿਸੇ ਦੇ ਹੱਥ ਵਿੱਚ ਕੁਝ ਹੈ, ਕਿ ਮਨੁੱਖ ਦੇ ਹੱਥ ਵਿੱਚ ਕੁਝ ਹੈ। ਇਹ ਸਾਰਾ ਕੁਝ ਉਸ ਪਰਮਾਤਮਾ ਦਾ ਹੀ ਕੀਤਾ ਕਰਾਇਆ ਵਾਪਰ ਰਿਹਾ ਹੈ। ਜਰਾ ਮਰਾ ਤਾਪ ਸਿਰਤ, ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਜਰਾ ਤੋਂ ਭਾਵ ਬੁਢਾਪਾ, ਮਰਾ ਤੋਂ ਭਾਵ ਮੌਤ, ਤਾਪ ਤੋਂ ਭਾਵ ਬੁਖਾਰ ਤੇ ਸਿਰਤ ਤੋਂ ਭਾਵ ਸਿਰ ਪੀੜ। ਕਹਿੰਦੇ ਬੁਢਾਪਾ, ਮੌਤ, ਬੁਖਾਰ, ਸਿਰ ਪੀੜ ਵਰਗੀਆਂ ਜਿਹੜੀਆਂ ਅਲਾਮਤਾਂ ਨੇ ਜਾਂ ਘਟਨਾਵਾਂ ਨੇ ਜਾਂ ਜ਼ਿੰਦਗੀ ਦੇ ਪੜਾਅ ਨੇ, ਇਹ ਸਾਰੇ ਉਸ ਪਰਮਾਤਮਾ ਦੇ ਹੱਥ ਵੱਸ ਨੇ। ਜਿਹਨੂੰ ਉਹ ਇਹ ਦਿੰਦਾ ਹੈ ਉਹਨੂੰ ਇਹ ਮਿਲ ਜਾਂਦਾ ਹੈ। ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਉਸ ਪਰਮਾਤਮਾ ਦੇ ਲਾਏ ਬਿਨਾ ਕੋਈ ਰੋਗ ਲੱਗ ਨਹੀਂ ਸਕਦਾ। ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ, ਜਨ ਨਾਨਕ ਜੋ ਅੰਤੀ ਅਵਸਰ ਲਏ ਛੜਾਇਆ। ਜਿਹੜਾ ਪ੍ਰਮਾਤਮਾ ਦਾ ਨਾਮ ਅੰਤ ਵੇਲੇ ਸਾਡੇ ਕੰਮ ਆਉਣਾ ਹੈ, ਜਦੋਂ ਸਾਡਾ ਅਖੀਰਲਾ ਵੇਲਾ ਹੋਇਆ, ਜਿਹੜੇ ਪ੍ਰਮਾਤਮਾ ਦੇ ਨਾਮ ਨੇ ਸਾਨੂੰ ਉਸ ਵਕਤ ਸ਼ਾਂਤ ਰੱਖਣਾ ਹੈ, ਅਡੋਲ ਰੱਖਣਾ ਹੈ, ਸਾਨੂੰ ਡਰਨ ਨਹੀਂ ਦੇਣਾ ਮੌਤ ਤੋਂ। ਅਜਿਹਾ ਪ੍ਰਮਾਤਮਾ ਦਾ ਨਾਮ ਸਾਨੂੰ ਹਰ ਵਕਤ ਆਪਣੇ ਚਿੱਤ ਦੇ ਵਿੱਚ ਧਿਆਉਣਾ ਚਾਹੀਦਾ ਹੈ। ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ। ਤੇ ਗੱਲ ਸਿਰਫ ਮੌਤ ਦੀ ਹੀ ਨਹੀਂ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਆਉਂਦੀਆਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਉਹਨਾਂ ਸਮੱਸਿਆਵਾਂ ਦੇ ਵਿੱਚ, ਅਜਿਹੇ ਔਖੇ ਵੇਲਿਆਂ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਹੈ ਜੋ ਸਾਡੇ ਨਾਲ ਖੜ ਸਕਦਾ ਹੈ, ਸਾਨੂੰ ਆਤਮਿਕ ਤੌਰ 'ਤੇ ਸ਼ਾਂਤੀ ਬਖਸ਼ ਸਕਦਾ ਹੈ। ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਔਖੇ ਵੇਲੇ ਕੰਮ ਆਉਂਦੇ ਨੇ, ਜ਼ਰੂਰ ਆਉਂਦੇ ਨੇ। ਸਾਡੇ ਵੱਲੋਂ ਕਮਾਈ ਹੋਈ ਧਨ ਦੌਲਤ ਵੀ ਔਖੇ ਵੇਲੇ ਸਾਡੇ ਕੰਮ ਆਉਂਦੀ ਹੈ। ਉਹ ਸਾਨੂੰ ਉਸ ਸਮੱਸਿਆ ਦੇ ਵਿੱਚੋਂ ਕੱਢ ਸਕਣ ਦੇ ਵਿੱਚ ਮਦਦ ਕਰਦੀ ਹੈ, ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਬਖਸ਼ਦੀ। ਇਸ ਗੱਲ ਨੂੰ ਸਮਝਿਓ ਸਾਧ ਸੰਗਤ ਜੀ ਕਿ ਮਨ ਦੀ ਸ਼ਾਂਤੀ ਪਰਮਾਤਮਾ ਦੇ ਨਾਮ ਤੋਂ ਹੀ ਮਿਲਦੀ ਹੈ। ਕੋਈ ਸਾਡੇ ਪਰਿਵਾਰ ਦੇ ਵਿੱਚ ਬਿਮਾਰ ਹੋ ਜਾਏ, ਸਾਡੇ ਕੋਲ ਬਹੁਤ ਪੈਸਾ ਹੈ, ਅਸੀਂ ਉਹਦਾ ਇਲਾਜ ਕਰਵਾ ਸਕਦੇ ਹਾਂ, ਪਰ ਜਦ ਤੱਕ ਉਹ ਇਨਸਾਨ ਜੇਰੇ ਇਲਾਜ ਹੈ, ਉਦੋਂ ਤੱਕ ਸਾਡੇ ਮਨ ਦੇ ਵਿੱਚ ਕੁਰਬਲ ਮੱਚੀ ਰਹਿੰਦੀ ਹੈ ਕਿ ਪਤਾ ਨਹੀਂ
ਉਹ ਠੀਕ ਹੋਏਗਾ ਜਾਂ ਨਹੀਂ ਹੋਏਗਾ। ਉਸ ਕੁਰਬਲ ਨੂੰ ਸ਼ਾਂਤ ਪੈਸਾ ਨਹੀਂ ਕਰ ਸਕਦਾ। ਉਸ ਕੁਰਬਲ ਨੂੰ ਸ਼ਾਂਤ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਨਹੀਂ ਕਰ ਸਕਦਾ। ਉਹਨੂੰ ਸਿਰਫ ਪਰਮਾਤਮਾ ਦਾ ਨਾਮ ਹੀ ਸ਼ਾਂਤ ਕਰ ਸਕਦਾ ਹੈ। ਇਸ ਲਈ ਜਿੱਥੇ ਧਨ ਦੌਲਤਾਂ ਕਮਾਉਣੀਆਂ ਜ਼ਰੂਰੀ ਨੇ, ਉੱਥੇ ਹੀ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਵੀ ਬਹੁਤ ਜ਼ਰੂਰੀ ਹੈ। ਗੌੜੀ ਬੈਰਾਗਣ ਮਹਿਲਾ ਚੌਥਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਹੀਐ। ਜਿਸ ਨੂੰ ਮਿਲਿਆ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਏ, ਮਨ ਦੀ ਦੁਬਿਧਾ ਦੂਰ ਹੋ ਜਾਏ, ਪਰਮਾਤਮਾ ਦੇ ਨਾਲ ਮਿਲਾਪ ਦੀ ਪਰਮ ਅਵਸਥਾ ਹਾਸਲ ਹੋ ਜਾਏ, ਉਸੇ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ। ਮੇਰਾ ਸਤਿਗੁਰ ਪਿਆਰਾ ਕਿਤ ਵਿਧ ਮਿਲੈ, ਪਰ ਕਹਿੰਦੇ ਮੇਰਾ ਸਤਿਗੁਰ ਮੈਨੂੰ ਕਿਹੜੇ ਤਰੀਕੇ ਦੇ ਨਾਲ ਮਿਲੇ। ਹਉ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉ ਮਿਲੈ ਰਹਾਉ। ਜਿਹੜਾ ਮਨੁੱਖ ਇਸ ਸਵਾਲ ਦਾ ਜਵਾਬ ਮੈਨੂੰ ਦੇ ਦੇਵੇ ਕਿ ਮੇਰਾ ਸਤਿਗੁਰ ਕਿਹੜੇ ਤਰੀਕੇ ਨਾਲ ਮਿਲ ਸਕਦਾ ਹੈ, ਮੇਰਾ ਗੁਰੂ ਕਿਵੇਂ ਹਾਸਲ ਹੋ ਸਕਦਾ ਹੈ, ਮੈਂ ਹਰ ਵਕਤ ਹਰ ਪਲ ਉਸ ਦੇ ਅੱਗੇ ਨਮਸਕਾਰ ਕਰਾਂਗਾ। ਕਰ ਕਿਰਪਾ ਹਰ ਮੇਲਿਆ, ਮੇਰਾ ਸਤਿਗੁਰ ਪੂਰਾ, ਇੱਚ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ। ਜਿਸ ਮਨੁੱਖ ਦੇ ਉੱਪਰ ਕਿਰਪਾ ਕਰਕੇ ਮਿਹਰ ਕਰਕੇ ਪ੍ਰਮਾਤਮਾ ਨੇ ਸਤਿਗੁਰੂ ਮਿਲਾ ਦਿੱਤਾ ਹੈ, ਉਹ ਮਨੁੱਖ ਉਸ ਸਤਿਗੁਰੂ ਦੇ ਚਰਨਾਂ ਦੀ ਧੂੜ ਹਾਸਲ ਕਰਕੇ ਆਪਣੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਕਰ ਲੈਂਦਾ ਹੈ। ਹਰ ਭਗਤ ਦਰੜਾਵੈ, ਹਰ ਭਗਤ ਸੁਣੈ, ਤਿਸ ਸਤਿਗੁਰ ਮਿਲੀਐ। ਐਸੇ ਸੱਚੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਜਿਹੜਾ ਤੁਹਾਡੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੀ ਭਗਤੀ ਨੂੰ ਪੱਕਾ ਕਰ ਦੇਵੇ, ਜਿਹੜਾ ਤੁਹਾਡੇ ਅੰਦਰ ਅਜਿਹੀ ਇੱਛਾ ਪੈਦਾ ਕਰ ਦੇਵੇ, ਅਜਿਹਾ ਹਾਲਾਤ ਪੈਦਾ ਕਰ ਦੇਵੇ ਕਿ ਤੁਸੀਂ ਪਰਮਾਤਮਾ ਦੀ ਭਗਤੀ ਨੂੰ ਸ਼ੌਂਕ ਦੇ ਨਾਲ ਸੁਣਨ ਲੱਗ ਜਾਵੋ। ਟੋਟਾ ਮੂਲ ਨਾ ਆਵਈ, ਹਰ ਲਾਭ ਨਿਤ ਦਰੜੀਐ। ਤੇ ਜਦੋਂ ਤੁਸੀਂ ਅਜਿਹੇ ਸਤਿਗੁਰ ਨੂੰ ਮਿਲ ਪੈਂਦੇ ਹੋ ਤਾਂ ਪਰਮਾਤਮਾ ਦੇ ਨਾਮ ਧਨ ਦੀ ਜੋ ਖੱਟੀ ਹੈ ਤੁਸੀਂ ਖੱਟਦੇ ਹੋ, ਉਹ ਸਦਾ ਵੱਧਦੀ ਜਾਂਦੀ ਹੈ, ਉਹਦੇ ਵਿੱਚ ਕਦੇ ਵੀ ਕੋਈ ਤੋਟ ਨਹੀਂ ਆਉਂਦੀ। ਜਿਸ ਕੋ ਹਿਰਦੈ ਵਿਗਾਸ ਹੈ, ਭਾਉ ਦੂਜਾ ਨਾਹੀ। ਹੁਣ ਜੋ ਗੁਰੂ ਹੁੰਦਾ ਹੈ ਉਹਦੇ ਹਿਰਦੇ ਦੇ ਵਿੱਚ ਸਦਾ ਹੀ ਵਿਗਾਸ ਰਹਿੰਦਾ ਹੈ, ਆਨੰਦ ਰਹਿੰਦਾ ਹੈ। ਉਹ ਧੁਰੋਂ ਹੀ ਅਜਿਹੀ ਮਾਨਸਿਕ ਅਵਸਥਾ ਲੈ ਕੇ ਪੈਦਾ ਹੁੰਦਾ ਹੈ। ਭਾਉ ਦੂਜਾ ਨਾਹੀ, ਉਹਨੂੰ ਦੂਜੇ ਕਿਸੇ ਵੀ ਚੀਜ਼ ਦਾ ਪਿਆਰ ਨਹੀਂ ਹੁੰਦਾ ਪਰਮਾਤਮਾ ਤੋਂ ਇਲਾਵਾ। ਨਾਨਕ ਤਿਸ ਗੁਰ ਮਿਲ ਉਧਰੈ, ਹਰ ਗੁਣ ਗਾਵਾਹੀ। ਅਜਿਹੇ ਗੁਰੂ ਨੂੰ ਮਿਲ ਕੇ ਪਾਰ ਲੰਘ ਸਕੀਦਾ ਹੈ, ਵਿਕਾਰਾਂ ਤੋਂ ਬਚ ਸਕੀਦਾ ਹੈ, ਤੇ ਅਜਿਹੇ ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਸੋ ਇਸ ਸਾਰੇ ਹੀ ਸ਼ਬਦ ਦੇ ਵਿੱਚ ਪ੍ਰਮੁੱਖ ਤੌਰ ਤੇ ਗੁਰੂ ਦੀ ਗੱਲ ਹੋਈ ਹੈ। ਸ਼ੁਰੂਆਤ ਦੇ ਵਿੱਚ ਗੁਰੂ ਜੀ ਨੇ ਆਪਣੇ ਆਪ ਨੂੰ ਹੀ ਸਵਾਲ ਕੀਤਾ ਹੈ ਕਿ ਕਿਸ ਪ੍ਰਕਾਰ ਮੈਨੂੰ ਉਹ ਸੱਚਾ ਗੁਰੂ ਮਿਲੇ, ਤੇ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਦੀ ਸ਼ੋਭਾ ਗਾਈ ਹੈ ਕਿ ਕਿਸ ਪ੍ਰਕਾਰ ਗੁਰੂ ਨੂੰ ਮਿਲਿਆਂ ਮਨ ਦੀਆਂ ਦੁਬਿਧਾਵਾਂ ਦੂਰ ਹੋ ਜਾਂਦੀਆਂ ਨੇ, ਆਨੰਦਮਈ ਹਾਲਾਤ ਪੈਦਾ ਹੋ ਜਾਂਦੇ ਨੇ, ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ। ਮਹਿਲਾ ਚੌਥਾ ਗੌੜੀ ਪੂਰਬੀ। ਹਰ ਦਇਆਲ ਦਇਆ ਪ੍ਰਭ ਕੀਨੀ, ਮੇਰਾ ਮਨ ਤਨ ਮੁਖ ਹਰ ਬੋਲੀ। ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਦਇਆਵਾਨ ਪ੍ਰਮਾਤਮਾ ਨੇ ਮੇਰੇ ਉੱਪਰ ਦਇਆ ਕੀਤੀ ਹੈ, ਮਿਹਰ ਕੀਤੀ ਹੈ। ਹਰ ਦਇਆਲ ਦਇਆ ਪ੍ਰਭ ਕੀਨੀ, ਮੇਰਾ ਮਨ ਤਨ ਮੁਖ ਹਰ ਬੋਲੀ। ਮੇਰੇ ਮਨ ਦੇ ਵਿੱਚ, ਮੇਰੇ ਤਨ ਦੇ ਵਿੱਚ, ਮੇਰੇ ਮੁਖ ਦੇ ਵਿੱਚ ਆਪਣੀ ਸਿਫਤ ਸਲਾਹ ਦੀ ਬਾਣੀ ਰੱਖ ਦਿੱਤੀ ਹੈ। ਇਹ ਦਇਆ ਮੇਰੇ ਉੱਪਰ ਉਸ ਪਰਮਾਤਮਾ ਨੇ ਕੀਤੀ ਹੈ। ਅਜਿਹਾ ਕਰਨ ਦੇ ਨਾਲ ਮੇਰੇ ਹਿਰਦੇ ਦੀ ਜੋ ਚੋਲੀ ਹੈ, ਮੇਰੇ ਹਿਰਦੇ ਦਾ ਜੋ ਬਾਣਾ ਹੈ, ਉਹ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ, ਤੇ ਗੁਰਮੁਖ ਰੰਗ ਭਇਆ ਅਤ ਗੂੜਾ, ਤੇ ਗੁਰਮੁਖਾਂ ਨੂੰ ਮਿਲ ਕੇ ਉਹ ਰੰਗ ਹੋਰ ਵੀ ਗੂੜਾ ਹੋ ਗਿਆ ਹੈ। ਆਪਣੇ ਹਰ ਪ੍ਰਭ ਕੀ ਹੋ ਗੋਲੀ, ਮੈਂ ਆਪਣੇ ਪਰਮਾਤਮਾ ਦੀ ਦਾਸੀ ਬਣ ਗਈ ਹਾਂ। ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਉ। ਜਦੋਂ ਦਾ ਮੇਰਾ ਮਨ ਪਰਮਾਤਮਾ ਦੀ ਯਾਦ ਦੇ ਨਾਲ ਗਿੱਝ ਗਿਆ ਹੈ, ਪਰਮਾਤਮਾ ਦੇ ਨਾਮ ਦੇ ਵਿੱਚ ਮੰਨ ਗਿਆ ਹੈ, ਉਦੋਂ ਤੋਂ ਪਰਮਾਤਮਾ ਨੇ ਸਾਰੇ ਹੀ ਜਗਤ ਨੂੰ ਮੇਰਾ ਅਮੁੱਲਾ ਦਾਸ ਬਣਾ ਦਿੱਤਾ ਹੈ।
ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਟੰਡੋਲੀ। ਹਰ ਹਰ ਰੂਪ ਸਭ ਜੋਤ ਸਵਾਈ, ਹਰ ਨਿਕਟ ਵਸੈ ਹਰ ਕੋਲੀ। ਹੇ ਸੰਤ ਜਨ ਭਰਾਵੋ, ਆਪਣੇ ਹਿਰਦੇ ਦੇ ਵਿੱਚ ਖੋਜ ਭਾਲ ਕਰਕੇ ਵੇਖੋ, ਵਿਚਾਰ ਕਰੋ। ਖੋਜ ਹਿਰਦੈ ਦੇਖ ਢੰਡੋਲੀ, ਆਪਣੇ ਹਿਰਦਿਆਂ ਦੇ ਵਿੱਚ ਝਾਤੀ ਮਾਰੋ, ਆਪਣੇ ਅੰਦਰ ਝਾਤੀ ਮਾਰੋ ਤੇ ਫਿਰ ਉਹਦੇ ਉੱਤੇ ਵਿਵੇਕ ਕਰੋ, ਵਿਚਾਰ ਕਰੋ। ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ। ਤਾਂ ਤੁਹਾਨੂੰ ਇਸ ਗੱਲ ਦਾ ਪ੍ਰਤੱਖ ਤੌਰ ਤੇ ਪਤਾ ਲੱਗ ਜਾਏਗਾ ਕਿ ਸਾਰੀ ਹੀ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਵਸਦਾ ਹੈ। ਹਰ ਜੀਵ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਉਹ ਕਿਤੇ ਦੂਰ ਨਹੀਂ ਵਸਦਾ। ਨਿਕਟ ਵਸੈ ਹਰ ਕੋਲੀ, ਪਰਮਾਤਮਾ ਹਰੇਕ ਜੀਵ ਦੇ ਨੇੜੇ ਹੀ ਵਸਦਾ ਹੈ। ਹਰ ਹਰ ਨਿਕਟ ਵਸੈ ਸਭ ਜਗ ਕੈ, ਅਪਰੰਪਰ ਪੁਰਖ ਅਤੋਲੀ। ਹਰ ਹਰ ਪ੍ਰਗਟ ਕੀਓ ਗੁਰ ਪੂਰੈ, ਸਿਰ ਵੇਚਿਓ ਗੁਰ ਪਹਿ ਮੋਲੀ। ਉਹ ਪਰਮਾਤਮਾ ਜਿਹੜਾ ਅਪਰੰਪਰ ਹੈ, ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ, ਵੱਡਾ ਪੁਰਖ ਹੈ, ਪਰੇ ਤੋਂ ਪਰੇ ਤੱਕ ਵੀ ਵਸਦਾ ਹੈ, ਪਰ ਉਹ ਸਾਰੇ ਜਗਤ ਦੇ ਨੇੜੇ ਵੀ ਵਸ ਰਿਹਾ ਹੈ। ਉਹ ਦੂਰ ਵੀ ਹੈ, ਉਹ ਨੇੜੇ ਵੀ ਹੈ, ਹਰ ਜਗ੍ਹਾ ਹੈ। ਮੈਂ ਆਪਣਾ ਸਿਰ ਉਸ ਗੁਰੂ ਦੇ ਕੋਲ ਵੇਚ ਦਿੱਤਾ ਹੈ, ਜਿਸ ਗੁਰੂ ਨੇ ਮੇਰੇ ਅੰਦਰ ਉਸ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ ਹੈ। ਹਰ ਹਰ ਪ੍ਰਗਟ ਕੀਓ ਗੁਰ ਪੂਰੈ, ਸਿਰ ਵੇਚਿਓ ਗੁਰ ਪਹਿ ਮੋਲੀ। ਹਰ ਜੀ ਅੰਤਰ ਬਾਹਰ ਤੁਮ ਸਰਨਾਗਤ, ਤੁਮ ਵੱਡ ਪੁਰਖ ਵਡੋਲੀ। ਕਹਿੰਦੇ ਹੇ ਪਰਮਾਤਮਾ, ਅੰਦਰ ਬਾਹਰ ਹਰ ਜਗ੍ਹਾ ਤੂੰ ਹੀ ਮੇਰੀ ਰੱਖਿਆ ਕਰਨ ਵਾਲਾ ਹੈ, ਤੂੰ ਹੀ ਮੇਰਾ ਰਾਖਾ ਹੈ। ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਜਨ ਨਾਨਕ ਅਨ ਦਿਨ ਹਰ ਗੁਣ ਗਾਵੈ, ਮਿਲ ਸਤਿਗੁਰ ਗੁਰ ਵਿਚੋਲੀ। ਦਾਸ ਨਾਨਕ ਗੁਰੂ ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ। ਵਿਚੋਲੇ ਸ਼ਬਦ ਦਾ ਇਸਤੇਮਾਲ ਇਸ ਲਈ ਕੀਤਾ ਗਿਆ ਹੈ ਕਿਉਂਕਿ ਜੋ ਗੁਰੂ ਹੈ ਉਹ ਮਨੁੱਖ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਬਣਵਾਉਂਦਾ ਹੈ, ਸਾਂਝ ਪਵਾਉਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 168ਵੇਂ ਅੰਗ ਦੀ ਬਾਣੀ ਦੀ ਸਮਾਪਤੀ ਹੁੰਦੀ ਹੈ ਜੀ। ਸ਼ੁਰੂਆਤੀ ਸ਼ਬਦ ਦੇ ਵਿੱਚ ਸਾਨੂੰ ਪਰਮਾਤਮਾ ਦੀ ਰਜ਼ਾ ਦੇ ਬਾਰੇ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਜਾਣਨ ਨੂੰ, ਸਿੱਖਣ ਨੂੰ ਮਿਲਿਆ ਕਿ ਕਿਸ ਪ੍ਰਕਾਰ ਇਸ ਜਗਤ ਦੇ ਵਿੱਚ ਹੋ ਰਿਹਾ ਸਾਰਾ ਹੀ ਵਰਤਾਰਾ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ ਤੇ ਸਾਡੇ ਜੀਵਾਂ ਦੇ ਹੱਥ ਵੱਸ ਬਹੁਤਾ ਕੁਝ ਨਹੀਂ ਹੈ। ਖਾਸ ਕਰਕੇ ਜਦੋਂ ਮਨ ਦੀ ਸ਼ਾਂਤੀ ਦੀ, ਅਡੋਲਤਾ ਦੀ ਗੱਲ ਆਉਂਦੀ ਹੈ ਤਾਂ ਪਰਮਾਤਮਾ ਹੀ ਸ਼ਾਂਤੀ ਬਖਸ਼ ਸਕਦਾ ਹੈ। ਸਾਡੇ ਵੱਲੋਂ ਕਮਾਏ ਹੋਈ ਧਨ ਦੌਲਤ ਜਾਂ ਰਿਸ਼ਤੇਦਾਰ, ਯਾਰ ਮਿੱਤਰ, ਉਹ ਸਾਨੂੰ ਮਨ ਦੀ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦੇ। ਉਮੀਦ ਕਰਦੇ ਹਾਂ ਅੱਜ ਦੀ ਬਾਣੀ ਦੇ ਵਿੱਚੋਂ ਵੀ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ। ਅੱਗੇ ਲੋਕਾਂ ਦੇ ਤੱਕ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਗੁਰੂ ਦੀ ਬਾਣੀ ਦੇ ਨਾਲ ਲਗਾਤਾਰ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।